चन्नी के घर जिस तरीके के साथ आज एक बड़ी बैठक हुई है और जिस तरीके के साथ कांग्रेस हाईकमान की तरफ से अपना जो है एक फैसला सुनाया गया था, सभी को जो है अलग अलग जो है जिम्मेदारियां सौंपी गई थी। लेकिन राजा बड़िंग को प्रधान लगाने के बाद और इसी के साथ चरणजीत चन्नी जिसके प्रधानगी को लेकर चर्चाएं बड़ी तेज थी और जिस तरीके के साथ चरणजीत चन्नी को जो है उन्होंने कैंपेन कमेटी का सिर्फ चेयरमैन लगाया, जिसके बाद नाराजगी का दौर शुरू हो चुका है। हालांकि अब इसको लेकर राजा बड़िंग का तो कोई बयान नहीं आया, लेकिन ये बात सामने आ चुकी है क्योंकि सभी बड़े जितने भी कांग्रेस के लीडर हैं, चाहे वो तृप्त राजेंद्र बाजवा है, चाहे सुखजिंदर सिंह रंधावा तो दिल्ली थे, लेकिन उन्होंने इस बात पे नाराजगी जरूर जताई है। लेकिन तृप्त राजेंद्र बाजवा हो या फिर राणा गुरजीत हो या फिर सुख सलारिया हो, जितने भी कांग्रेस के बड़े लीडर्स हैं, आशू से लेकर तमाम जो लीडर्स हैं, आज कांग्रेस के चरणजीत चन्नी के मरिंडा जो घर में एक बड़ी मीटिंग रखी गई थी, सभी बड़े आगू वहां पहुंचे, जितने भी साबका एमएलए थे। और इस बैठक के बाद अब कांग्रेस की जो खुलकर सामने आई है, ठीक ये वही समीकरण बन चुके 2022 से पहले जब कैप्टन अमरिंदर सिंह को सत्ता से हटाया गया था, वही समीकरण जो एक बार फिर से। और बगावत चरणजीत चन्नी सुखजिंदर सिंह रंधावा ने तो नहीं करिए, लेकिन चरणजीत चन्नी ने यह बगावत के सुर ऐसा छोड़ा कि अब सभी बड़े लीडर उनके खेमे में नजर आए। एक ये शक्ति प्रदर्शन जो था, कहीं ना कहीं ये बात समझाता नजर आया कि कांग्रेस हाईकमान के अंदर एक बड़ा बदलाव जो है वो चाहते हैं कि कांग्रेस हाईकमान जो है पंजाब में बड़ा बदलाव करे। जब लीडर्स वहां से बैठक करके निकले, उन्होंने क्या खास कहा ये आपको सुनाते हैं। कोटली साहब, किस तरह देखते हो ਤੁਸੀਂ ਜਿਹੜਾ ਪਾਰਟੀ ਆਲਾ ਕਮਾਨ ਨੇ ਫੈਸਲਾ ਲਿਆ, क्या ਉਸ ਨੂੰ ਲੈ ਕੇ ਨਾਮੋਸ਼ੀ ਦਾ ਮਾਹੌਲ ਹੈ? ਚਰਨਜੀਤ ਸਿੰਘ ਚੰਨੀ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਸੀ। ਮੀਟਿੰਗ ਚੱਲ ਰਹੀ ਹੈ ਅੰਦਰ, ਮੈਂ ਮੀਟਿੰਗ ਮੈਨੂੰ ਜਾ ਕੇ ਫੇਰ ਹੀ ਦੱਸ ਸਕਦਾ ਕੁਝ। ਖੁਸ਼ ਹੋ? ਦੇਖੋ, ਜਿਹੜਾ ਪਾਰਟੀ ਫੈਸਲਾ ਕਰਦੀ ਹੈ ਕੋਈ ਦੇਖ ਸਮਝ ਕੇ ਕਰਦੀ ਹੈ, ਪਰ ਲੇਕਿਨ ਆਉਣ ਵਾਲੇ ਸਮੇਂ 'ਚ ਇਹ ਸਭ ਪਤਾ ਲੱਗੂਗਾ। ਪਾਰਟੀ ਨੇ ਸੂਚੀ ਜਾਰੀ ਕੀਤੀ ਹੈ, ਅਸੀਂ ਸਾਰੇ ਪਾਰਟੀ ਦੇ ਨਾਲ। ਕੋਟਲੀ ਸਾਹਿਬ, ਚੰਨੀ ਸਾਹਿਬ ਨੂੰ ਮਨਾਉਣ ਆਏ ਹੋ? ਨਹੀਂ ਮਨਾਉਣ ਵਾਲੀ ਕੀ ਗੱਲ। ਗਵਾਹੀ ਨੂੰ ਕਿਵੇਂ ਵੇਖਦੇ ਹੋ? ਰਾਜਾ ਵੜਿੰਗ ਦੀ ਗਵਾਹੀ ਤੁਹਾਨੂੰ ਲੱਗਦਾ ਕਿ 27 ਦੀ ਚੋਣਾਂ ਨਹੀਂ ਜਿਤਾ ਸਕਦੀ? ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਕਹਿ ਸਕਦਾ ਮੇਰੀ ਗੱਲ ਕਾਂਗਰਸ ਕਹਿੰਦੀ ਵੀ ਇਹਨਾਂ ਦੀ ਲੋਕਪ੍ਰਿਯਤਾ ਹੈਗੀ ਹੈ, ਚੰਨੀ ਸਾਹਿਬ ਦੀ ਇੱਕ ਦੀ ਬੰਦੇ ਦੀ ਹੁੰਦੀ ਹੈ। ਜਿਹੜਾ ਫੈਸਲਾ ਲਿੱਤਾ ਹੈ, ਉਸ ਫੈਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਹਾਂਜੀ, ਜਿਹੜਾ ਪਾਰਟੀ ਆਲਾ ਕਮਾਨ ਨੇ ਫੈਸਲਾ ਲਿੱਤਾ ਅਸੀਂ ਤਾਂ ਮੰਨਣਾ ਹੁੰਦਾ ਜੀ। ਅਸੀਂ ਮਤਲਬ ਕਹਿਣ ਵਾਲੀ ਤਾਂ ਸਾਡੇ ਚ ਗੱਲ ਹੀ ਨਹੀਂ ਹੁੰਦੀ, ਗੁੰਜਾਇਸ਼ ਨਹੀਂ। ਹਾਈ ਕਮਾਂਡ ਨੇ ਜਿਹੜਾ ਕੁਝ ਕੀਤਾ ਠੀਕ ਕੀਤਾ ਹੋਊਗਾ। ਲੇਕਿਨ ਓਵਰਆਲ ਜਿਹੜੀ ਅੱਜ ਮੀਟਿੰਗ ਸੱਦੀ ਗਈ ਹੈ, ਕਿਸ ਏਜੰਡੇ ਦੇ ਉੱਪਰ ਫਿਰ ਇਹ ਮੀਟਿੰਗ ਹੈ? ਕਿਉਂਕਿ ਵਿਰੋਧੀ ਕਹਿ ਰਹੇ ਨੇ ਨਾਰਾਜ਼ਗੀ ਹੈਗੀ ਹੈ, ਕਾਂਗਰਸ ਦਾ ਧੜਾ ਅਲੱਗ ਹੋ ਗਿਆ। ਦੇਖੋ, ਬਾਹਰ ਜਿਹੜੀ ਗੱਲ ਕਹਿਣੀ ਬੜੀ ਗਲਤ ਹੈ। ਮੈਂ ਨਾ ਇਹ ਗੱਲ ਕਹਿਣੀ ਹੈ ਵੀ ਨਾਰਾਜ਼ਗੀ ਵਾਲੀ ਗੱਲ ਹੈ। ਸਾਨੂੰ ਮੀਟਿੰਗ 'ਚ ਬੁਲਾਇਆ ਉਹਨਾਂ ਨੇ, ਅਸੀਂ ਜਾ ਰਹੇ ਹਾਂ। ਰਾਜਾ ਵੜਿੰਗ ਦੀ ਪ੍ਰਧਾਨਗੀ ਤੋਂ ਖੁਸ਼ ਹੋ ਤੁਸੀਂ? ਦੇਖੋ, ਮੇਰੀ ਗੱਲ ਸੁਣੋ, ਪੰਜਾਬ ਦੇ ਲੋਕਾਂ ਤੋਂ ਪੁੱਛੋ। ਅਸੀਂ ਤਾਂ ਇੱਕ ਲੀਡਰ ਤੌਰ ਤੇ ਲੋਕਾਂ ਨੂੰ ਜਾਣਾ ਹੈ। ਲੱਗਦਾ ਹੈ ਕਾਂਗਰਸ ਸਾਹਿਬ ਕੀ ਦੇਖੋ, ਲੱਗਦਾ ਕਿ ਮੇਰੀ ਗੱਲ ਸੁਣੋ, ਚੰਨੀ ਨੂੰ ਅੱਗੇ ਚਿਹਰਾ ਲਾ ਕੇ ਤੁਹਾਨੂੰ ਸਾਰਾ ਪਤਾ ਹੈ ਵੀ ਕੌਣ ਖੁਸ਼ ਹੈ ਕੌਣ ਨਹੀਂ, ਤੁਹਾਨੂੰ ਵੀ ਸਾਰਾ ਪਤਾ ਹੈ। ਤੁਹਾਨੂੰ ਲੱਗਦਾ ਸੀ ਕਿ ਚੇਂਜ ਹੋ ਸਕਦਾ ਸੀ? ਜੇ ਮੇਰੇ ਵੋਟਰ ਸਪੋਰਟਰ ਖੁਸ਼ ਹੋਣਗੇ ਤਾਂ ਮੈਂ ਵੀ ਖੁਸ਼ ਹੋ ਜਾਊਂਗਾ। ਚੇਂਜ ਹੁੰਦਾ ਤੇ ਸ਼ਾਇਦ ਕੁਝ ਹੋਰ ਰਿਜ਼ਲਟ ਆਉਂਦਾ। ਤੁਸੀਂ ਜਾ ਕੇ ਤੁਸੀਂ ਗਰਾਊਂਡ ਲੈਵਲ ਤੇ ਜਾਣਦੇ ਆ, ਸਭ ਕੁਝ ਤੁਹਾਨੂੰ ਪਤਾ ਹੀ ਹੈ। ਪ੍ਰਧਾਨ ਬਣਾਉਣਾ ਚਾਹੀਦਾ ਸੀ ਚਰਨਜੀਤ ਸਿੰਘ ਚੰਨੀ ਨੂੰ। ਬਈ ਮੈਂ ਵੇਖੋ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਕੋਈ ਕਾਂਗਰਸ ਸਾਹਿਬ ਤੁਹਾਨੂੰ ਮੈਸੇਜ ਕੀ ਦਿੱਤਾ ਹੈ ਦੀ ਮੀਟਿੰਗ ਦਾ? ਕੀ ਕਹਿ ਕੇ ਬੁਲਾਇਆ ਗਿਆ ਹੈ? ਮੈਨੂੰ ਬੁਲਾਇਆ ਗਿਆ ਵੀ ਮੀਟਿੰਗ 'ਚ ਪਹੁੰਚੋ, ਮੈਨੂੰ ਹੋਰ ਕੁਝ ਨਹੀਂ ਗੱਲ ਕਹੀ। ਕਾਂਗਰਸ ਸਾਹਿਬ, ਜਿਹੜਾ ਇਹ ਫੈਸਲਾ ਰਾਜਾ ਵੜਿੰਗ ਹੁਣਾਂ ਨੂੰ ਲਗਾਤਾਰ ਅੱਗੇ ਪ੍ਰਧਾਨ ਰਹਿਣ, ਕੀ ਇਹ ਕਾਂਗਰਸ ਦੇ ਵਰਕਰ ਖੁਸ਼ ਹੈ ਕਿ ਨਾ ਖੁਸ਼ ਹੈ? ਦੇਖੋ ਜੀ, ਮੇਰੀ ਗੱਲ ਸੁਣੋ, ਪਹਿਲਾਂ ਪੁੱਛਿਆ ਗਿਆ ਸਵਾਲ ਵੀ लोकप्रिय, मैं लोकप्रिय पंजाब के लोग चन्नी साहब की लोकप्रिय सारा कुछ है। तृप्त राजेंद्र बाजवा को आपने सुना, वो कहते हैं हमारी कोई नाराजगी नहीं हाई कमान से। हाँ, एक जिस तरीके के साथ जो एक स्ट्रक्चर बदला गया है, उस स्ट्रक्चर में जो है बदलाव होना बड़ा जरूरी है। हाई कमान को एक बैठक बुलानी चाहिए, इस स्ट्रक्चर में एक बड़ा बदलाव करना चाहिए। और बगावत के सुर इतने तेज हो चुके हैं कि अब जो है आर पार की लड़ाई कहीं ना कहीं कांग्रेस में नजर। और ये 2022 से पहले भी ऐसे ही समीकरण बने थे और सेम उसी तरह के समीकरण एक बार फिर से बनते नजर आ रहे हैं। अब देखना हम रहेगा कि इस बगावत के स्वर में आखिर किस तरीके के साथ जो है आगे रणनीति बनती है। हाईकमान बैठक जब दिल्ली में बुलाता है तो किस तरीके के साथ जो है नाराजगी का दौर चलता है? क्या वाकई में अब हाईकमान अपने फैसले के ऊपर एक बार फिर से विचार करेगा जो लीडर्स मांग कर रहे हैं? कैमरामैन जसी के साथ चंडीगढ़ से TV9 के लिए।